हेलो एवरीवन, दिस साइड नफसीरत कौर ते तुसी देखदे रहो रुतबा लाइफस्टाइल। अज असीं गल करांगे थिंग्स दैट यू कैन ऐड टू योर डाइट। ਇਹੋ ਜਿਹੀਆਂ ਲਿਟਲ ਟੱਚ ਜਿਹੜੀ ਤੁਸੀਂ ਆਪਣੀ ਡਾਈਟ ਨੂੰ ਦੇ ਸਕਦੇ ਹੋ, ਜਿਸ ਨਾਲ ਤੁਹਾਡੀ ਜਿਹੜਾ ਫੂਡ ਹੈ ਉਹ ਡਿਲੀਸ਼ੀਅਸ ਦੇ ਨਾਲ ਨਾਲ ਨਿਊਟ੍ਰੀਸ਼ੀਅਸ ਵੀ ਬਣ ਜਾਏਗਾ। ਇਹੋ ਜਿਹੀਆਂ ਕੁਝ ਹਰਬਸ, ਸਪਾਈਸਿਸ, ਕੌਂਡੀਮੈਂਟਸ ਜਿਹੜੀਆਂ ਕਿ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਯੂਜ਼ ਕਰਦੇ ਹਾਂ, ਜਿਨ੍ਹਾਂ ਦੇ ਸਿਰਫ ਫਲੇਵਰਸ ਹੀ ਨਹੀਂ ਹੁੰਦੇ ਬਲਕਿ ਮੈਡੀਸਨਲ ਪਾਵਰਸ ਵੀ ਹੁੰਦੀਆਂ ਨੇ, ਜਿੱਦਾਂ ਕਿ ਟਰਮਰਿਕ ਹੈ, ਜਿੰਜਰ ਹੈ, ਜਿਨ੍ਹਾਂ ਦੇ ਵਿੱਚ ਐਂਟੀ ਇਨਫਲੇਮੇਟਰੀ ਪ੍ਰੋਪਰਟੀਜ਼ ਹੁੰਦੀਆਂ, ਬੇਜ਼ਲ, ਔਰੀਗੈਨੋ ਜਿਹੜੀਆਂ ਕਿ ਐਂਟੀ ਬੈਕਟੀਰੀਅਲ, ਐਂਟੀ ਫੰਗਲ ਹੁੰਦੀਆਂ ਨੇ, ਅਤੇ ਹੋਰ ਵੀ ਕਈ ਸਪਾਈਸਿਸ। ਐਂਡ ਇਹਨਾਂ ਦੇ ਵਿੱਚ ਫਲੇਵਰਸ ਹੀ ਨਹੀਂ ਬਲਕਿ ਇਹ ਐਜ਼ ਅ ਮੈਡੀਸਨ ਵੀ ਯੂਜ਼ ਹੁੰਦੀਆਂ। ਜਿੱਦਾਂ ਕਿ ਜਦੋਂ ਫਾਰਮਾਸਿਊਟੀਕਲ ਇਨਵੈਂਸ਼ਨਸ ਨਹੀਂ ਹੋਈਆਂ ਸੀ ਬਹੁਤ ਟਾਈਮ ਪਹਿਲਾਂ, ਤਾਂ ਇਹ ਜਿਹੜੀਆਂ ਮੈਡੀਸਨ ਸੀ ਐਜ਼ ਅ ਡਰੱਗ ਘਰ 'ਚ ਯੂਜ਼ ਕੀਤੀਆਂ ਜਾਂਦੀਆਂ ਸੀ ਜਦੋਂ ਫਾਰਮਾਸਿਊਟੀਕਲ ਇਨਵੈਂਸ਼ਨਸ ਨਹੀਂ ਸੀ, ਜਦੋਂ ਮੈਡੀਸਨਸ ਬਹੁਤ ਮਹਿੰਗੀਆਂ ਹੁੰਦੀਆਂ ਸੀ, ਤਾਂ ਇਹਨਾਂ ਨਾਲ ਅਸੀਂ ਕਿਉਰ ਕਰਦੇ ਸੀਗੇ। ਜਿੱਦਾਂ ਕਿ ਹੁਣ ਬੇਜ਼ਲ ਦੇ ਵਿੱਚ ਇਜ਼ ਗੁੱਡ ਫॉर ਹਾਰਟ ਐਂਡ ਇਜ਼ ਐਂਟੀਆਕਸੀਡੈਂਟ ਐਂਡ ਐਂਟੀ ਬੈਕਟੀਰੀਅਲ। ਜਿੱਦਾਂ ਬਲੈਕ ਪੈਪਰ ਵਿਚ ਹੈਲਪਸ ਇਨ ਅਬਜ਼ੌਰਬ ਨਿਊਟ੍ਰੀਐਂਟਸ, cumin which helps immune system and anti-cancer, coriander lower the blood sugar and detoxification, cinnamon which improves circulation, then again ginger which is anti-inflammatory and helps in digestion। so ਇਹ ਜਿਹੜੀਆਂ ਸਪਾਈਸਿਸ ਨੇ ਜਿਹੜੀਆਂ ਸਾਡੀ ਕਿਚਨ 'ਚ ਪਾਈ ਜਾਂਦੀਆਂ, ਜਿਹੜੇ ਹਰਬਸ ਸਾਨੂੰ ਐਵਰੀ ਡੇ ਤੇ ਰੈਗੂਲਰਲੀ ਯੂਜ਼ ਕਰਨੇ ਚਾਹੀਦੇ, ਵਿਚ ਐਜ਼ ਅ ਮੈਡੀਸਨ ਐਂਡ ਆਲਸੋ ਗਿਵ ਫਲੇਵਰ ਟੂ ਆਰ ਫੂਡ। ਸੋ ਦ ਸੈਕਿੰਡ ਥਿੰਗ ਇਜ਼ ਸੌਲਟ ਜਿਹੜਾ ਕਿ ਸਦੀਆਂ ਤੋਂ ਚੱਲਦਾ ਆ ਰਿਹਾ, ਜੋ ਕਿ ਸ਼ੁਰੂਆਤ ਤੋਂ ਹੀ ਚੱਲਦਾ ਆ ਰਿਹਾ, ਬਟ ਹੁਣ ਹਰ ਜਗ੍ਹਾ ਐਵਰੀਵੇਅਰ ਪਾਇਆ ਜਾਂਦਾ ਹੈ, ਜਿੱਥੋਂ ਸਾਨੂੰ ਐਕਚੁਅਲੀ ਪ੍ਰੋਬਲਮ ਸਟਾਰਟ ਹੋਈ ਹੈ। ਕਿਉਂਕਿ ਜਿਹੜਾ ਸੋਡੀਅਮ ਦਾ ਲੈਵਲ ਹੈ ਉਹ ਸਾਡੀ ਬੋਡੀ ਦੇ ਅਕੋਰਡਿੰਗ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਬੋਡੀ ਦੇ ਵਿੱਚ ਸਾਨੂੰ ਕਿੰਨਾ ਕੁ ਸੋਡੀਅਮ ਰਿਕੁਆਇਰਡ। ਸੌਲਟ ਇਜ਼ ਇਕੁਅਲ ਟੂ ਸੋਡੀਅਮ ਇਜ਼ ਇਕੁਅਲ ਟੂ ਹਾਈਪਰਟੈਂਸ਼ਨ। ਜੇ ਹਾਈਪਰਟੈਂਸ਼ਨ ਦੇ ਕਰਕੇ ਸਾਨੂੰ ਹਾਰਟ ਸਟ੍ਰੋਕਸ ਹੋ ਰਹੇ ਨੇ, ਹਾਰਟ ਡਿਜ਼ੀਜ਼ਿਸ ਹੋ ਰਹੇ ਨੇ, ਇਸ ਕਰਕੇ ਸਾਨੂੰ ਸੋਡੀਅਮ ਦਾ ਲੈਵਲ ਪਤਾ ਹੋਣਾ ਚਾਹੀਦਾ ਬਾਕੀ ਮਿਨਰਲਸ ਦੇ ਅਕੋਰਡਿੰਗ। ਸਪੈਸ਼ਲੀ ਜਿਹੜਾ ਪੋਟੈਸ਼ੀਅਮ ਹੈ, ਜੇ ਸਾਡਾ ਸੋਡੀਅਮ ਦਾ ਲੈਵਲ ਇਨਕਰੀਜ਼ ਹੋ ਜਾਂਦਾ ਹੈ ਤਾਂ ਸਾਨੂੰ ਬਹੁਤ ਸਾਰੀਆਂ ਹਾਰਟ ਡਿਜ਼ੀਜ਼ਿਸ, ਸਟ੍ਰੋਕਸ, ਜਿਨ੍ਹਾਂ ਨਾਲ ਲੋਕਾਂ ਦੀ ਬਹੁਤ ਜ਼ਿਆਦਾ ਮੌਤ ਵੀ ਹੋ ਰਹੀ ਹੈ, ਡੈਥਸ ਰੇਟ ਵੀ ਵੱਧ ਰਹੇ ਨੇ। ਜੇ ਤੁਹਾਡੇ ਸੋਡੀਅਮ ਅਤੇ ਪੋਟੈਸ਼ੀਅਮ ਦਾ ਲੈਵਲ ਇਨਕਰੀਜ਼ ਹੋ ਜਾਂਦਾ, ਵੈਕ ਹੋ ਜਾਂਦਾ, ਤਾਂ ਤੁਹਾਨੂੰ BP ਦੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ, BP ਤੁਹਾਡਾ ਵੱਧ ਘੱਟ ਹੋਣ ਲੱਗ ਜਾਂਦਾ, ਵਿਚ ਇਜ਼ ਅਗੇਨ ਅ ਬਿਗ ਐਂਡ ਅ ਸੀਰੀਅਸ ਪ੍ਰੋਬਲਮ। ਸੋ ਸਾਨੂੰ ਦੋਨੋਂ ਚੀਜ਼ਾਂ ਆਪਟੀਮਮ ਅਮਾਊਂਟ ਵਿੱਚ ਲੈਣੀਆਂ ਚਾਹੀਦੀਆਂ ਟੂ ਸਟੇ ਹੈਲਦੀ। ਜਿੱਦਾਂ ਕਿ ਪੋਟੈਸ਼ੀਅਮ ਲਈ ਤੁਸੀਂ ਅਨਪ੍ਰੋਸੈਸਡ ਫੂਡ ਨੇ ਉਹਨੂੰ ਅਵੋਇਡ ਕਰ ਸਕਦੇ, ਅਦਰ ਪਲਾਂਟ ਬੇਸਡ ਫੂਡ ਲੈ ਸਕਦੇ ਹੋ, ਜਿੱਦਾਂ ਬਰੋਕਲੀ ਹੋ ਗਿਆ, ਸਪਿਨਚ ਹੋ ਗਿਆ, ਬਨਾਨਾਸ ਹੋ ਗਏ, ਐਵੋਕੈਡੋਸ ਹੋ ਗਏ, ਪਪਾਇਆ, ਅਤੇ ਹੋਰ ਵੀ ਕਈ ਪੋਟੈਸ਼ੀਅਮ ਰਿਚ ਫੂਡ ਨੇ ਜਿਹੜੇ ਤੁਸੀਂ ਲੈ ਸਕਦੇ ਹੋ। ਅਗਰ ਤੁਹਾਡੀ ਬਾਡੀ ਦੇ ਵਿੱਚ ਬਲੱਡ ਪ੍ਰੈਸ਼ਰ ਪਾਇਆ ਗਿਆ ਤਾਂ ਤੁਸੀਂ ਆਪਣੇ ਸੋਡੀਅਮ ਦੀ ਮਾਤਰਾ ਨੂੰ ਘਟਾਉਣਾ ਹੈ। ਇਹ ਵੀ ਨਹੀਂ ਕਿ ਬਿਲਕੁਲ ਹੀ ਖਤਮ ਕਰ ਦਿੰਦਾ, ਕਿਉਂਕਿ ਹਰ ਬੰਦੇ ਦੀ ਬਾਡੀ ਅਲੱਗ ਤਰੀਕੇ ਨਾਲ ਰਿਐਕਟ ਕਰਦੀ ਹੈ। ਕੋਈ ਸੁਪਰ ਸੈਂਸਿਟਿਵ ਹੁੰਦੇ ਸੌਲਟ 'ਤੇ, ਕੋਈ ਸੈਂਸਿਟਿਵ ਹੁੰਦੇ ਆ, ਤਾਂ ਹਰ ਬੰਦੇ ਦੀ ਬਾਡੀ ਜਿਹੜੀ ਉਹ ਡਿਫਰੈਂਟ ਰਿਐਕਟ ਕਰਦੀ ਹੈ। ਸੋ ਅਗਰ ਤੁਹਾਡੀ ਬਾਡੀ ਦੇ ਵਿੱਚ ਸੋਡੀਅਮ ਦਾ ਲੈਵਲ ਇਨਕਰੀਜ਼ ਹੋ ਗਿਆ ਤਾਂ ਉਹ ਤੁਹਾਨੂੰ ਬਲੱਡ ਪ੍ਰੈਸ਼ਰ ਕਰੇਗਾ, ਅਤੇ ਬਲੱਡ ਪ੍ਰੈਸ਼ਰ ਕਰਕੇ ਤੁਹਾਨੂੰ ਆਪਣੇ ਸੋਡੀਅਮ ਦੇ ਲੈਵਲ ਨੂੰ ਕੰਟਰੋਲ ਕਰਨਾ ਪਏਗਾ, ਰੀਸਟ੍ਰੇਨ ਕਰਨਾ ਪਏਗਾ। ਇਸ ਦੀ ਬਜਾਏ ਤੁਸੀਂ ਸੋਡੀਅਮ ਰਿਚ ਜਿਹੜੇ ਰੀਅਲ ਫੂਡ ਨੇ, ਜਿੱਦਾਂ ਕੈਰਟ, ਸੈਲਰੀ, ਦੈਨ ਬੀਨਸ ਹੋ ਗਏ, ਇਹ ਸਾਰੀਆਂ ਚੀਜ਼ਾਂ, ਮੀਟ ਹੋ ਗਿਆ, ਬੀਟਸ ਹੋ ਗਏ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਨੈਚੁਰਲੀ ਅਗਰ ਕੰਜ਼ਿਊਮ ਕਰਦੇ ਹੋ ਤਾਂ ਤੁਹਾਡਾ ਸੋਡੀਅਮ ਦਾ ਜਿਹੜਾ ਲੈਵਲ ਉਹ ਮੇਨਟੇਨ ਰਹੇਗਾ। ਅਦਰਵਾਈਜ਼ ਹੁਣ ਕੀ ਹੋ ਗਿਆ ਕਿ ਆਇਓਡਾਈਜ਼ਡ ਜਿਹੜੇ ਸੌਲਟ ਨੇ ਉਹ ਬਹੁਤ ਜ਼ਿਆਦਾ ਲੋਕੀ ਕੰਜ਼ਿਊਮ ਕਰਨ ਲੱਗ ਗਏ, ਕਿਉਂਕਿ ਉਹਦੇ ਨਾਲ ਗੋਇਟਰ ਦੀ ਪ੍ਰੋਬਲਮ ਨਹੀਂ ਹੁੰਦੀ ਕਰਕੇ। ਬਟ ਅਗਰ ਤੁਸੀਂ ਉਸਨੂੰ ਨੈਚੁਰਲੀ ਰੀਅਲ ਫੂਡ ਦੇ ਵਿੱਚ ਕੰਜ਼ਿਊਮ ਕਰਦੇ ਹੋ ਰਾਦਰ ਦੈਨ ਟੇਕਿੰਗ ਆਇਓਡਾਈਜ਼ਡ ਸੌਲਟ, ਠੀਕ ਹੈ, ਤਾਂ ਤੁਸੀਂ ਯੂ ਕੈਨ ਕੰਜ਼ਿਊਮ ਦੀਜ਼ ਸਟੱਫ। ਤੁਸੀਂ ਫਿਸ਼ ਕੰਜ਼ਿਊਮ ਕਰ ਸਕਦੇ ਹੋ, ਤੁਸੀਂ ਸੀਵੀਡ ਫੂਡ ਲੈ ਸਕਦੇ ਹੋ, ਤੁਸੀਂ ਸੀਵੀਡ ਵੈਜੀਟੇਬਲਸ ਕੰਜ਼ਿਊਮ ਕਰ ਸਕਦੇ ਹੋ, ਸ਼ੈਲ ਫਿਸ਼ ਕੰਜ਼ਿਊਮ ਕਰ ਸਕਦੇ ਹੋ। ਸੋ ਬਹੁਤ ਸਾਰੇ ਆਪਸ਼ਨਸ ਨੇ ਜਿਨ੍ਹਾਂ ਤੋਂ ਤੁਹਾਨੂੰ ਨੈਚੁਰਲ ਸੋਡੀਅਮ ਮਿਲ ਸਕਦਾ ਹੈ। ਆਇਓਡੀਨ ਦੀ ਜਿਹੜੀ ਕਮੀ ਹੈ ਉਹ ਪੂਰੀ ਹੋ ਸਕਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਕਿਹੜੇ ਜਿਹੜੇ ਚੀਜ਼ਾਂ ਹੈ ਹਰਬਸ ਐਂਡ ਸਪਾਈਸਿਸ ਤੋਂ ਇਲਾਵਾ ਜਿਹੜੀਆਂ ਅਸੀਂ ਯੂਜ਼ ਕਰਦੇ ਹਾਂ, ਜਿਹੜੀਆਂ ਸਾਨੂੰ ਹੋਰ ਵੀ ਜ਼ਿਆਦਾ ਹੈਲਦੀ ਰੱਖਣ 'ਚ, ਤੁਹਾਨੂੰ ਫਲੇਵਰ ਦੇਣ 'ਚ ਅਤੇ ਤੁਹਾਡੀ ਐਜ਼ ਅ ਮੈਡੀਸਨ ਕੰਮ ਕਰਨਗੀਆਂ। ਹੁਣ ਅਸੀਂ ਬਾਜ਼ਾਰ ਜਾਂਦੇ ਹਾਂ, ਦੇਰ ਆਰ ਵੈਰਾਈਟੀ ਆਫ ਸੈਲਡ ਡਰੈਸਿੰਗਸ ਆਰ ਅਵੇਲੇਬਲ, ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਐਡਡ ਸ਼ੂਗਰ ਹੁੰਦੀ ਹੈ, ਪ੍ਰੀਜ਼ਰਵੇਟਿਵਸ ਹੁੰਦੇ, ਵੀਅਰਡ ਕੈਮੀਕਲਸ ਹੁੰਦੇ, ਐਡਿਕਟਿਵਸ ਹੁੰਦੇ ਆ,
ਤੇ ਇਹ ਬਹੁਤ ਦੇਰ ਤੱਕ ਤੁਸੀਂ ਪ੍ਰੀਜ਼ਰਵ ਕਰਕੇ ਰੱਖ ਸਕਦੇ ਹੋ। ਤੇ ਇਹਨਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਹੋਰ ਡਿਫਰੈਂਟ ਨੇਮਸ ਨਾਲ ਇਹਨਾਂ ਦੇ ਵਿੱਚ ਜਿਹੜੀ ਪ੍ਰੀਜ਼ਰਵੇਟਿਵਸ ਆ ਉਹ ਐਡ ਕੀਤੇ ਗਿਆ ਬਾਈ ਗਿਵਿੰਗ ਸਟੈਬਲਾਈਜ਼ਰਸ, ਐਡਡ ਐਡਿਕਟਿਵ ਪ੍ਰੀਜ਼ਰਵੇਟਿਵਸ, ਕਲਰਸ, ਫਲੇਵਰਸ, ਇਹ ਨਾਮ ਹੋਰ ਨਾਮ ਦੇ ਕੇ ਇਹਨਾਂ ਦੇ ਵਿੱਚ ਜਿਹੜੀਆਂ ਪ੍ਰੀਜ਼ਰਵੇਟਿਵਸ ਹੈ ਉਹ ਐਡ ਕੀਤੇ ਗਏ ਨੇ। ਹੁਣ ਅਸੀਂ ਗੱਲ ਕਰਦੇ ਹਾਂ, ਜਿਵੇਂ ਬੇਸਿਕ ਗੱਲ ਕਰਦੇ ਹਾਂ ਸੈਲਡ ਡਰੈਸਿੰਗ ਦੀ, ਤਾਂ ਸੈਲਡ ਦੇ ਵਿੱਚ ਅਗਰ ਤੁਸੀਂ ਹੋਮਮੇਡ ਡਰੈਸਿੰਗ ਯੂਜ਼ ਕਰ ਲਓ ਰਾਦਰ ਦੈਨ ਐਕਸਪੈਂਸਿਵ ਵਨਸ, ਘਰ 'ਚ ਤੁਸੀਂ you can take walnuts, avocados, then you can go for olive oils which are healthy. The olive oils, extra virgin olive oils, yeah, it's a bit expensive, but that's are very good. You can put olive oil, then some garlic, maybe some salt and pepper with some oregano in it, mix it, stir it well, and you can have a healthy salad like this. Rather than using salad dressing, go for it. Then there are mustard available है, ketchups available है. Ketchups you can buy one organic one with less of sugar, little of sugar and no fructose corn syrup. Then again mustard ਤੁਸੀਂ add ਕਰ ਸਕਦੇ ਹੋ, mustard which is actually made with the mustard seeds and spices and oil, but not with the soya bean oil and other additional addictive preservatives. So you can avoid that one and you can use the mustard with the mustard seeds. You can add vinegar which is made with wine, which is made with rice, apple cider vinegar. It will give you a little tangy taste to your dish. So you can have all these sort of dressings ਜਿਹੜੀਆਂ ਤੁਹਾਡੀ dish ਨੂੰ ਬਹੁਤ ਜ਼ਿਆਦਾ flavorful ਬਣਾਉਣਗੀਆਂ ਤੇ medicinal power ਵੀ ਇਹ ਵਧੀਆ ਰਹਿਣਗੀਆਂ। Again ਤੁਸੀਂ dressing ਲਈ tahini sauce use ਕਰ ਸਕਦੇ ਹੋ which you can make it at home with sesame seeds and bit of turmeric, मतलब इमली पा के थोड़ा ਜਿਹਾ ਵਿਨੇਗਰ, ਰਾਈਸ ਵਿਨੇਗਰ ਪਾ ਕੇ ਜਾਂ ਐਪਲ ਸਾਈਡਰ ਵਿਨੇਗਰ ਪਾ ਕੇ ਉਸਨੂੰ ਅੱਛੀ ਤਰ੍ਹਾਂ ਬਲੈਂਡ ਕਰਕੇ ਵਧੀਆ ਜੀ tahini sauce ਬਣਾ ਸਕਦੇ ਹੋ which you can use with fish or some vegetables, whatever you like. So there are variety of dressings which you can make easily at home and can be used for the dressing. So another thing I'm talking about here is healthy processed food. ਹੁਣ ਅਸੀਂ ਹੈਲਦੀ ਪ੍ਰੋਸੈਸਡ ਫੂਡ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਟੋਫੂ ਦੀ। ਟੋਫੂ ਜਿਹੜਾ ਆਰਗੈਨਿਕ ਹੋਏ, ਉਹਦੇ ਕੋਈ ਬੇਕਡ ਨਾ ਹੋਏ, ਸਮੋਕਡ ਨਾ ਹੋਏ, ਫਰਾਈਡ ਨਾ ਹੋਏ ਜਾਂ ਫਲੇਵਰਸ ਨਾ ਹੋਣ ਉਹਦੇ ਵਿੱਚ ਐਕਸਟਰਾ ਐਡਿਕਟਿਵ ਫਲੇਵਰਸ, ਜਿਨ੍ਹਾਂ ਦੇ ਵਿੱਚ ਜ਼ਿਆਦਾ ਫਲੇਵਰਸ ਨਾ ਹੋਣ, ਜ਼ਿਆਦਾ ਸਾਲਟ ਯੂਜ਼ ਕੀਤਾ ਜਾਂਦਾ ਫਲੇਵਰਸ ਦੇਣ ਲਈ, ਉਹ ਸੋਡੀਅਮ ਜ਼ਿਆਦਾ ਹੋ ਜਾਂਦਾ ਤਾਂ ਉਹ ਨਹੀਂ ਯੂਜ਼ ਕਰਨਾ। ਟੇਕ ਅ ਹੈਲਦੀ ਆਰਗੈਨਿਕ ਟੋਫੂ। then you can have yogurts ਜਿਹੜੇ ਨੈਚੁਰਲੀ ਜਿਹੜੇ ਅਸੀਂ ਘਰ ਜਮਾਉਂਦੇ ਹਾਂ, ਜਿੱਦਾਂ ਕਿ ਗਾਂ ਦੇ ਦੁੱਧ ਤੋਂ ਹੋ ਗਿਆ, ਕਈ ਬੱਕਰੀ ਦੇ ਦੁੱਧ ਤੋਂ ਵੀ ਜਮਾਉਂਦੇ ਦਹੀਂ। so you can have that yogurt, not the flavored ones ਜਿਹੜੇ ਮਾਰਕੀਟ 'ਚ ਅਵੇਲੇਬਲ ਨੇ with a lot of preservatives. so you can avoid that and you can have ਜਿਹੜਾ ਘਰ ਅਸੀਂ ਜਮਾਉਂਦੇ ਹਾਂ ਉਹ yogurt you can use it. That's very healthy option again. Then again chocolates ਜਿਹੜੀਆਂ ਕਿ ਡਾਰਕ ਹੋਣ, ਮਿਲਕ ਨਾ ਹੋਵੇ ਜ਼ਿਆਦਾ, 70% ਕੋਕੋਆ ਹੋਵੇ, moderation amount 'ਚ ਤੁਸੀਂ ਉਸਨੂੰ consume ਕਰ ਸਕਦੇ ਹੋ, like one little slice you can have it. The another food is hummus which you can actually make it at home by adding some tahini, some garlic, some cumin, then lemon, salt. ਸੋ ਇਹ ਬਹੁਤ ਵਧੀਆ ਜਿਹੜੀ ਸਮੂਥ ਮਿਕਸਚਰ ਜਿਹੜਾ ਬਣਦਾ, ਤੁਸੀਂ ਉਸਨੂੰ ਆਪਣੀ ਬ੍ਰੈਡ 'ਤੇ ਸਪਰੈਡ ਕਰਕੇ ਖਾ ਸਕਦੇ ਹੋ, ਤੁਸੀਂ ਉਸਨੂੰ ਆਪਣੇ ਫੁਲਕੇ 'ਤੇ ਲਗਾ ਕੇ ਖਾ ਸਕਦੇ ਹੋ, ਤੁਸੀਂ ਯੂ ਕੈਨ ਮੇਕ ਪੀਜ਼ਾ ਐਟ ਹੋਮ। ਸੋ ਇਨ ਵਰਾਇਟੀ ਆਫ ਵੇਜ਼ ਯੂ ਕੈਨ ਹੈਵ this hummus ਬਹੁਤ ਹੀ ਜ਼ਿਆਦਾ healthy ਤੇ organic and which is actually very easy to make it at home. Then again nut butter but without palm oil and other preservatives in it. ਜਿੱਦਾਂ ਕਿ ਪੀਨਟ ਬਟਰ ਮਿਲਦੇ ਆ ਬਾਜ਼ਾਰ 'ਚ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਮਿਲਸੀਫਾਇਰ ਪਾਇਆ ਜਾਂਦਾ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕੌਰਨ ਸਟਾਰਚ ਹੁੰਦਾ which is again not healthy option. So you can make it at home. So guys, ਇਹ ਜਿਹੜੀਆਂ ਚੀਜ਼ਾਂ ਨੇ, ਸਪਾਈਸਿਸ ਨੇ ਜਾਂ ਹਰਬਸ ਨੇ ਜਾਂ ਕੌਂਡੀਮੈਂਟਸ ਨੇ, ਜਿਹੜੀਆਂ ਤੁਸੀਂ ਆਪਣੀ ਡਾਈਟ ਦੇ ਵਿੱਚ ਐਵਰੀਡੇ ਇਨਕਲੂਡ ਕਰ ਸਕਦੇ ਹੋ ਤੇ ਇਹਦੇ ਨਾਲ ਤੁਹਾਡੀ ਇਹ ਸਿਰਫ ਫਲੇਵਰਸ ਹੀ ਨਹੀਂ ਬਲਕਿ ਤੁਹਾਡੀ ਡਾਈਟ ਦੇ ਵਿੱਚ ਤੁਹਾਨੂੰ ਐਜ਼ ਅ ਮੈਡੀਸਨ ਵੀ ਕੰਮ ਕਰਨਗੀਆਂ ਤੇ ਬਹੁਤ ਜ਼ਿਆਦਾ ਹੈਲਪਫੁਲ ਰਹਿਣਗੀਆਂ। ਸਟੇ ਹੈਲਦੀ, ਸਟੇ ਫਿਟ। ਫॉर more such information keep watching Rutba Lifestyle. Thank you.